ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰॉडवे ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਦੀ ਤਰ੍ਹਾਂ ਹਰ ਇੰਪੋਰਟੈਂਟ ਔਰ ਲੇਟੈਸਟ ਇਨਫੋਰਮੇਸ਼ਨ ਖਾਸ ਕਰਕੇ ਜਿਹੜੀਆਂ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਚਾਹੇ ਉਹ ਅਪਡੇਟ ਹੋਣ, ਚਾਹੇ ਉਹ ਤਰੀਕੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਐਪਲੀਕੇਸ਼ਨਸ ਨੂੰ ਫਾਸਟ ਕਰ ਸਕਦੇ ਹੋ, ਉਹਨਾਂ ਦੇ ਨਾਲ ਤੁਹਾਨੂੰ ਜੋੜ ਕੇ ਰੱਖਣਾ, ਤੁਹਾਨੂੰ ਅਪਡੇਟਡ ਰੱਖਣਾ ਤਾਂ ਕਿ ਤੁਸੀਂ ਆਪਣੇ ਵੀਜ਼ਾ ਦਾ ਕੰਮ ਕਰਨ 'ਚ ਕੋਈ ਡਿਸਟਰਬੈਂਸ ਫੀਲ ਨਾ ਕਰੋ। ਐਸੇ ਮਕਸਦ ਨਾਲ ਅਸੀਂ ਇਸ ਚੈਨਲ ਨੂੰ ਚਲਾ ਰਹੇ ਹਾਂ। ਸਭ ਤੋਂ ਪਹਿਲਾਂ ਰਿਕੁਐਸਟ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੰਪੋਰਟੈਂਟ ਜਾਣਕਾਰੀ ਦੇ ਨਾਲ ਤੁਸੀਂ ਜੁੜੇ ਰਹੋ। ਅੱਜ ਦੇ ਸ਼ੋਅ ਦੇ ਵਿੱਚ ਮੈਂ ਦੱਸਾਂਗਾ ਉਹ 4 ਅਹਿਮ ਇੰਪੋਰਟੈਂਟ ਤਰੀਕੇ ਜਿਹਦੇ ਨਾਲ, ਕਿਉਂਕਿ ਹੁਣ ਸੈਪਟੈਂਬਰ ਇਨਟੇਕ ਲੱਗ ਆ ਰਿਹਾ ਯੂਕੇ ਦਾ ਔਰ ਹਜੇ ਵੀ ਕਈ ਬੱਚੇ ਕਨਫਿਊਜ਼ਨ 'ਚ ਨੇ। ਸੋ ਕਿਹੜੇ ਉਹ 4 ਤਰੀਕੇ ਨੇ ਜਿਨ੍ਹਾਂ ਨਾਲ ਤੁਸੀਂ ਯੂਕੇ ਦੇ ਆਪਣੇ ਪ੍ਰੋਸੈਸ ਨੂੰ ਬਹੁਤ ਫਾਸਟ ਕਰ ਸਕਦੇ ਹੋ। ਬਹੁਤ ਫਾਸਟ ਮਤਲਬ ਕਿ ਤੁਸੀਂ ਆਪਣੀ ਸ਼ਾਇਦ 15-20 ਦਿਨਾਂ 'ਚ ਫਾਈਲ ਤੱਕ ਵੀ ਲਗਾ ਸਕੋਗੇ। ਕਿਹੜੀਆਂ ਉਹ ਚੀਜ਼ਾਂ ਨੇ, ਇਹਨਾਂ ਨੂੰ ਨੋਟ ਕਰ ਲਓ, ਅੱਜ ਦੇ ਸ਼ੋਅ ਦੇ ਵਿੱਚ ਮੈਂ ਦੱਸਾਂਗਾ। ਸੋ ਨੋਟ ਕਰ ਲਓ ਜੀ ਉਹ 4 ਅਹਿਮ ਚੀਜ਼ਾਂ, ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿੱਦਾਂ ਇਹ ਤੁਹਾਡੇ ਪ੍ਰੋਸੈਸ ਨੂੰ ਫਾਸਟ ਕਰਨਗੀਆਂ। ਸਭ ਤੋਂ ਪਹਿਲੀ ਚੀਜ਼, ਜਿੱਥੇ ਸਭ ਤੋਂ ਜ਼ਿਆਦਾ ਬੱਚਾ ਲੇਟ ਹੁੰਦਾ ਹੈ, ਜਿੱਥੇ ਸਭ ਤੋਂ ਜ਼ਿਆਦਾ ਟਾਈਮ ਉਹਦਾ ਐਡਮਿਸ਼ਨ ਨੂੰ ਕਨਫਰਮ ਕਰਨ 'ਚ ਵੇਸਟ ਹੋ ਜਾਂਦਾ, ਉਹ ਹੈਗਾ ਇੰਟਰਵਿਊ। ਕਿਉਂਕਿ ਇੰਟਰਵਿਊ ਆਉਂਦਾ ਕਿਹੜੀ ਸਟੇਜ ਤੇ ਹੈ? ਇਹ ਉਦੋਂ ਆਉਂਦਾ ਹੈ ਜਦੋਂ ਆਪਾਂ ਆਫਰ ਲੈਟਰ ਲੈ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਫੀਸ ਵੀ ਟ੍ਰਾਂਸਫਰ ਕਰ ਦਿੰਦੇ ਹਾਂ। ਕੋਈ ਯੂਨੀਵਰਸਿਟੀ 500 ਲੈ ਰਹੀ, ਕੋਈ 1500, ਕੋਈ 2000, ਕੋਈ ਪੂਰੀ ਫੀਸ, ਔਰ ਉਸ ਤੋਂ ਬਾਅਦ ਉਹ ਆਪਣੀ ਇੰਟਰਵਿਊ ਬੁੱਕ ਕਰਦੇ ਨੇ, ਫਿਰ ਇੰਟਰਵਿਊ ਨੂੰ ਕੰਡਕਟ ਕਰਦੇ ਨੇ, ਫਿਰ ਇੰਟਰਵਿਊ ਦਾ ਰਿਜ਼ਲਟ ਦਿੰਦੇ ਨੇ। ਇੰਟਰਵਿਊ ਪ੍ਰੋਸੈਸ ਫੀਸ ਟ੍ਰਾਂਸਫਰ ਕਰਨ ਤੋਂ ਬਾਅਦ ਵੀ 10-15 ਦਿਨ ਇੱਕ ਬੱਚੇ ਦੇ ਖਰਾਬ ਕਰ ਜਾਂਦਾ ਹੈ। ਉਹ ਟਾਈਮ ਪਹਿਲਾਂ ਜਿਹੜੇ ਬੱਚਿਆਂ ਨੇ ਅਪਲਾਈ ਕੀਤਾ ਸੀ ਉਹਨਾਂ ਕੋਲ ਸੀਗਾ, ਬਟ ਹੁਣ ਜਿਹੜੇ ਅਪਲਾਈ ਕਰ ਰਹੇ ਨੇ ਬੱਚੇ ਸ਼ਾਇਦ ਉਹ ਇੰਟਰਵਿਊ ਦੇ ਚੱਕਰਾਂ 'ਚ ਪੈਣਗੇ ਤੇ ਬਹੁਤ ਲੇਟ ਹੋ ਜਾਣਗੇ। ਕਿਉਂਕਿ ਅਗਰ 10 ਦਿਨ ਬਾਅਦ ਇੰਟਰਵਿਊ ਹੋਇਆ ਔਰ ਇੰਟਰਵਿਊ 'ਚ ਤੁਹਾਨੂੰ ਯੂਨੀਵਰਸਿਟੀ ਨੇ ਕੈਂਸਲ ਕਰ ਦਿੱਤਾ ਜਾਂ ਡ੍ਰੌਪ ਕਰ ਦਿੱਤਾ, ਤਾਂ ਤੁਸੀਂ ਸਮਝ ਲਓ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਸੈਕਿੰਡ ਆਪਸ਼ਨ ਕਰਨ ਜੋਗਾ ਟਾਈਮ ਹੀ ਸ਼ਾਇਦ ਨਾ ਬਚੇ। ਫਿਰ ਸ਼ਾਇਦ ਤੁਸੀਂ ਉਹਦਾ ਦੂਜਾ ਅਟੈਂਪਟ ਦੋਗੇ, ਉਹ ਹੋਰ ਲੇਟ ਹੋ ਜਾਓਗੇ, ਤੀਜਾ ਅਟੈਂਪਟ ਦੋਗੇ, ਉਹ ਹੋਰ ਵੀ ਲੇਟ ਹੋ ਜਾਓਗੇ। ਸੋ ਇੱਥੇ ਮੇਰੀ ਰਿਕੁਐਸਟ ਕੀ ਹੈ, ਐਡਵਾਈਸ ਕੀ ਹੈ, ਸਲਾਹ ਕੀ ਹੈ ਕਿ ਉਹ ਯੂਨੀਵਰਸਿਟੀ ਨੂੰ ਪ੍ਰੈਫਰ ਕਰੋ ਜਿਹੜੀ ਤੁਹਾਨੂੰ ਬਿਨਾਂ ਇੰਟਰਵਿਊ ਦੇ ਇਸ ਟਾਈਮ ਐਡਮਿਸ਼ਨ ਦੇ ਦੇ ਔਰ ਤੁਹਾਡਾ ਖਾਸ ਲੈਟਰ ਵੀ ਤੁਹਾਨੂੰ ਬਿਨਾਂ ਕਿਸੇ ਇੰਟਰਵਿਊ ਤੋਂ ਦੇਵੇ। ਸੋ ਡੈਫੀਨੇਟਲੀ ਆਹ ਇੱਕ ਤਰੀਕਾ ਜਿਹਦੇ ਨਾਲ ਤੁਸੀਂ ਆਪਣੇ 10 ਤੋਂ 15 ਦਿਨ ਐਡਮਿਸ਼ਨ ਦੇ ਈਜ਼ੀਲੀ ਬਚਾ ਸਕਦੇ ਹਾਂ ਔਰ ਟਾਈਮ ਸਿਰ ਆਪਣੀ ਐਪਲੀਕੇਸ਼ਨ ਨੂੰ ਅੰਬੈਸੀ ਤੱਕ ਪਹੁੰਚਾ ਸਕਦੇ ਹਾਂ। ਸੈਪਟੈਂਬਰ ਇਨਟੇਕ ਲਈ ਮੈਂ ਦੱਸ ਰਿਹਾ, ਜਨਵਰੀ ਵਾਲੇ ਇੰਟਰਵਿਊ ਦੇ ਪ੍ਰੋਸੈਸ 'ਚ ਪੈਣਾ ਚਾਹੁੰਦੇ ਹੋ ਪੈ ਸਕਦੇ ਨੇ, ਉਹਨਾਂ ਦੀ ਇੱਛਾ। ਨਾਓ ਸੈਕਿੰਡ ਇੰਪੋਰਟੈਂਟ ਚੀਜ਼ ਜਿਹਦੇ ਨਾਲ ਤੁਸੀਂ ਇਹ ਸਮਾਂ ਬਚਾ ਸਕਦੇ ਹੋ ਉਹ ਹੈਗੀ ਹੈ ਲੋਕੇਸ਼ਨ। ਅੱਜ ਦੀ ਡੇਟ 'ਚ ਬੱਚਾ ਕੀ ਕਰ ਰਿਹਾ ਕਿ ਹਜੇ ਬੇਸਿਕ ਫਾਈਟ ਕਰ ਰਿਹਾ ਕੋਵਿਡ ਤੋਂ ਪਹਿਲਾਂ ਵਾਲੀ ਕਿਹੜੀ। ਸੋ ਦੂਸਰੀ ਕੀ ਤਰੀਕਾ ਹੈ ਕਿ ਲੋਕੇਸ਼ਨ 'ਚ ਲੈ ਕੇ ਤੁਸੀਂ ਬਹੁਤ ਟਾਈਮ ਖਰਾਬ ਕਰਦੇ ਹੋ। ਕਈ ਵਾਰ ਏਜੰਟ ਨਾਲ ਲੱਗੇ ਰਹਿੰਦੇ ਹੋ, ਮੈਂ ਬਰਮਿੰਗਮ ਹੀ ਜਾਣਾ ਹੈ ਜਾਂ ਮੈਂ ਫਲਾਣੇ ਸ਼ਹਿਰ 'ਚ ਹੀ ਜਾਣਾ ਹੈ। ਜਦੋਂ ਆਪਾਂ ਲੰਡਨ ਨੂੰ ਛੱਡ ਦਿੰਦੇ ਹਾਂ ਜਿੱਥੇ ਕਿ 10 ਤੋਂ 15 ਯੂਨੀਵਰਸਿਟੀਆਂ ਇੱਕ ਸ਼ਹਿਰ 'ਚ ਨੇ, ਤਾਂ ਹਰ ਸ਼ਹਿਰ ਦੇ ਵਿੱਚ ਆਪਾਂ ਨੂੰ ਸਿਰਫ 1 ਤੋਂ 2 ਆਪਸ਼ਨ ਰਹਿ ਜਾਂਦੀਆਂ ਨੇ। ਔਰ ਜ਼ਰੂਰੀ ਨਹੀਂ ਹੈ ਕਿ ਉਹ 1 ਤੋਂ 2 ਆਪਸ਼ਨ ਸਾਨੂੰ ਸਾਡੀਆਂ ਸ਼ਰਤਾਂ 'ਤੇ ਲੈਣ, ਉਹਨਾਂ ਨੇ ਤੁਹਾਨੂੰ ਆਪਣੀਆਂ ਸ਼ਰਤਾਂ 'ਤੇ ਲੈਣਾ ਹੈ। ਉਹਨਾਂ ਦੇ ਆਪਣੇ ਰੂਲਸ ਹੋਣਗੇ, ਆਪਣੇ ਨੋਰਮਸ ਹੋਣਗੇ। ਠੀਕ ਹੈ, ਤੁਸੀਂ ਇੱਥੇ ਜਾਣਾ ਚਾਹੁੰਦੇ ਹੁੰਦੇ ਸੀ, ਤੁਸੀਂ ਟਾਈਮ ਨਾਲ ਐਪਲੀਕੇਸ਼ਨ ਚਲਾਉਂਦੇ ਹੋ, ਤੁਸੀਂ ਜਾ ਸਕਦੇ ਹੋ। ਪਰ ਅੱਜ ਦੀ ਡੇਟ 'ਚ ਜਿਹੜਾ ਬੱਚਾ ਐਪਲੀਕੇਸ਼ਨ ਲਾ ਰਿਹਾ ਉਹਨੂੰ ਇਹ ਐਡਵਾਈਸ ਹੈ ਕਿ ਉਹ ਲੋਕੇਸ਼ਨ ਦੇ ਚੱਕਰ 'ਚ ਨਾ ਪਵੇ। ਕਿਉਂ ਨਾ ਪਵੇ? ਉਹਦਾ ਕਾਰਨ ਹੈ ਕਿ ਹਜੇ ਜਾ ਕੇ ਉੱਥੇ ਜਿਹੜੀ ਸਟੱਡੀ ਹੈ ਉਹ ਆਨਲਾਈਨ ਰਹਿਣੀ ਹੈ, ਹਜੇ ਆਫਲਾਈਨ ਸਟੱਡੀ ਜ਼ਰੂਰੀ ਨਹੀਂ ਹੋਈ। ਸੋ ਅਗਰ ਆਫਲਾਈਨ ਸਟੱਡੀ ਨਹੀਂ ਗਈ ਤਾਂ ਇਹਦਾ ਮਤਲਬ ਤੁਹਾਡਾ ਯੂਨੀਵਰਸਿਟੀ ਜਾਣਾ ਜ਼ਰੂਰੀ ਨਹੀਂਗਾ। ਅਗਰ ਯੂਨੀਵਰਸਿਟੀ ਜਾਣਾ ਜ਼ਰੂਰੀ ਨਹੀਂਗਾ ਤਾਂ ਉਹਦਾ ਲੋਕੇਸ਼ਨ 'ਤੇ ਵੀ ਹੋਣਾ ਜ਼ਰੂਰੀ ਨਹੀਂਗਾ। ਤੁਸੀਂ ਆਨਲਾਈਨ ਪੜ੍ਹਾਈ ਯੂਕੇ 'ਚ ਕਿਤੇ ਵੀ ਰਹਿ ਕੇ ਕਰ ਸਕਦੇ ਹੋ। ਮੰਨ ਲਓ ਤੁਸੀਂ ਬਰਮਿੰਗਮ ਜਾਣਾ ਚਾਹੁੰਦੇ ਸੀ, ਯੂਨੀਵਰਸਿਟੀ ਤੁਹਾਨੂੰ ਵੂਸਟਰ ਮਿਲੀ ਹੈ, ਤੁਹਾਨੂੰ ਹਡਰਸਫੀਲਡ ਮਿਲੀ ਹੈ, ਤੁਹਾਨੂੰ ਬ੍ਰੈਡਫੋਰਡ ਮਿਲੀ ਹੈ, ਤੁਹਾਨੂੰ ਮੈਨਚੈਸਟਰ ਮਿਲੀ ਹੈ, ਲੀਡਸ ਮਿਲੀ ਹੈ। ਯੂ ਕੈਨ ਟੇਕ ਦੈਟ ਯੂਨੀਵਰਸਿਟੀ ਵਿਦਾਊਟ ਐਨੀ ਇਸ਼ੂ। ਕਿਉਂਕਿ ਹੁਣ ਤੁਸੀਂ ਪੜ੍ਹਾਈ ਬਰਮਿੰਗਮ ਰਹਿ ਕੇ ਜਿੱਥੇ ਵੀ ਤੁਸੀਂ ਰਹਿਣਾ ਚਾਹੁੰਦੇ ਸੀ ਆਪਣੇ ਦੋਸਤ ਕੋ, ਰਿਸ਼ਤੇਦਾਰ ਕੋ, ਉੱਥੇ ਰਹਿ ਕੇ ਆਪਣੀ ਐਜੂਕੇਸ਼ਨ ਖਤਮ ਕਰ ਸਕਦੇ ਹੋ। ਉਹਦੇ ਵਿੱਚੋਂ ਹੋ ਸਕਦਾ ਤੁਹਾਨੂੰ ਟਰੈਵਲ ਕਰਕੇ 1 ਜਾਂ 2 ਜਾਂ 3 ਵਾਰੀ ਤੁਹਾਨੂੰ ਉਹ ਯੂਨੀਵਰਸਿਟੀ ਜਾਣਾ ਪਵੇ, ਜਿਹੜਾ ਕਿ ਕੋਈ ਬਹੁਤ ਵੱਡਾ ਟਰੈਵਲਿੰਗ ਚੈਲੰਜ ਨਹੀਂ ਹੋਊਗਾ ਬਿਕੋਜ਼ ਇਟਸ ਵੈਲ ਕਨੈਕਟਿਡ। ਔਰ ਯੂਕੇ ਕੈਨੇਡਾ ਵਾਂਗੂ ਕੋਈ ਬਹੁਤ ਵੱਡੀ ਏਰੀਏ 'ਚ ਨਹੀਂਗਾ ਕਿ ਜਿਹੜਾ ਆਪਾਂ ਆਪਣੇ ਇੰਸਟੀਟਿਊਟ ਤੱਕ ਨਹੀਂ ਪਹੁੰਚ ਸਕਦੇ। ਤਕਰੀਬਨ 507 ਘੰਟੇ ਦੀ ਡਰਾਈਵ ਦੇ ਵਿੱਚ ਆਪਾਂ ਹਰ ਜਗ੍ਹਾ ਤੇ ਵਿੱਚ ਯੂਕੇ ਤੋਂ ਪਹੁੰਚ ਸਕਦੇ ਹਾਂ, ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ। ਬਟ 5-7 ਵੀ ਬਹੁਤ ਦੂਰ ਹੈ, ਇੰਨੀ ਦੂਰ ਬੱਚਾ ਪੜ੍ਹਨ ਨਹੀਂ ਜਾਂਦਾ। ਕਹਿਣ ਦਾ ਮਤਲਬ ਬੰਦਾ ਮੈਨਚੈਸਟਰ ਤੋਂ ਅੱਗੇ ਜ਼ਿਆਦਾਤਰ ਆਪਣੇ ਬੱਚੇ ਪੜ੍ਹਨ ਨਹੀਂ ਜਾਂਦੇ, ਸਕਾਟਲੈਂਡ ਸਾਈਡ ਤੇ ਬਹੁਤ ਘੱਟ ਜਾਂਦੇ ਆ। ਸੋ ਜਿੰਨੀਆਂ ਵੀ ਤੁਹਾਡੀਆਂ ਯੂਨੀਵਰਸਿਟੀਜ਼ ਹੋਣਗੀਆਂ ਜਿਨ੍ਹਾਂ 'ਚ ਤੁਸੀਂ ਮੇਜਰਲੀ ਜਾ ਸਕਦੇ ਹੋ, ਖਾਸ ਕਰਕੇ ਵਿਦਾਊਟ ਇੰਟਰਵਿਊ ਵਾਲੀਆਂ, ਤਾਂ ਉਹ ਮੋਸਟਲੀ ਮੈਨਚੈਸਟਰ ਜਾਂ ਉਸ ਤੋਂ ਡਾਊਨ ਸਾਊਥ ਸਾਈਡ ਤੇ ਹੋਣਗੀਆਂ ਔਰ ਜਿਹਦੀ ਦੂਰੀ ਮੈਕਸੀਮਮ 3 ਘੰਟੇ ਤੋਂ ਜ਼ਿਆਦਾ ਨਹੀਂ ਗੀ ਕਿਸੇ ਵੀ ਲੋਕੇਸ਼ਨ ਦੇ ਉੱਤੇ। ਸੋ ਆਹ ਇੱਕ ਦੂਜਾ ਤਰੀਕਾ ਹੈ ਜਿਹਦੇ ਨਾਲ ਤੁਸੀਂ ਆਪਣਾ ਸਮਾਂ
ਹੋਰ ਵੀ ਬਚਾ ਸਕਦੇ ਹੋ ਅਗਰ ਤੁਸੀਂ ਲੋਕੇਸ਼ਨ ਫ੍ਰੀ ਹੋ ਜੰਨੇ ਔਰ ਏਜੰਟ ਤੁਹਾਨੂੰ ਈਜ਼ੀਲੀ ਕਿਤੇ ਨਾ ਕਿਤੇ ਪਲੇਸ ਕਰ ਸਕੂਗਾ। ਨਾਓ ਫੋਰਥ ਇੰਪੋਰਟੈਂਟ ਪੁਆਇੰਟ ਮੈਂ ਦੇਖ ਕੇ ਬੋਲ ਰਿਹਾ ਉਹ ਹੈਗੀ ਹੈ ਅਕਮੋਡੇਸ਼ਨ। ਜੀ ਹਾਂ, ਅਕਮੋਡੇਸ਼ਨ ਨੂੰ ਪ੍ਰੀ ਬੁੱਕ ਕਰਕੇ ਚੱਲੋਗੇ ਤਾਂ ਪ੍ਰੋਸੈਸ ਹੋਰ ਵੀ ਫਾਸਟ ਰਹੂਗਾ, ਈਜ਼ੀ ਰਹੂਗਾ, ਸੌਖਾ ਰਹੂਗਾ ਔਰ ਖਾਸ ਕਰਕੇ ਜਦੋਂ ਤੁਸੀਂ ਟਰੈਵਲ ਕਰਨਾ ਹੈ ਤਾਂ ਉਦੋਂ ਅਕਮੋਡੇਸ਼ਨ ਦਾ ਹੋਣਾ ਤੁਹਾਡੇ ਕੋਲ ਜ਼ਰੂਰੀ ਹੈ। ਇਹ ਜਿਹੜੀਆਂ ਅਕਮੋਡੇਸ਼ਨਸ ਨੇ ਬਹੁਤ ਸਾਰੇ ਬੱਚੇ ਸੋਚਦੇ ਨੇ ਕਿ ਅਸੀਂ ਆਪਣੇ ਰਿਸ਼ਤੇਦਾਰ ਜਾਂ ਦੋਸਤ ਤੋਂ ਲੈ ਲਾਂਗੇ, ਤਾਂ ਮੈਂ ਦੱਸ ਦਿੰਦਾ ਕਿ ਇਹ ਤੁਹਾਨੂੰ ਰਿਸ਼ਤੇਦਾਰ ਦੋਸਤ ਨਾਲ ਪਹਿਲਾਂ ਕਨਫਰਮ ਕਰ ਲਓ ਕਿਉਂਕਿ ਤੁਹਾਡਾ ਉੱਥੇ ਜਾ ਕੇ ਕੁਆਰੰਟੀਨ ਹੋਣਾ ਜ਼ਰੂਰੀ ਹੈ ਔਰ ਅਗਰ ਤੁਸੀਂ ਕਿਸੇ ਐਸੇ ਘਰ 'ਚ ਰਹਿੰਦੇ ਹੋ ਤਾਂ ਹੋ ਸਕਦਾ ਉਸ ਪੂਰੇ ਪਰਿਵਾਰ ਨੂੰ ਵੀ ਕੁਆਰੰਟੀਨ ਹੋਣਾ ਪਊਗਾ। ਤਾਂ ਕੋਈ ਵੀ ਉੱਥੇ ਰਹਿੰਦਾ ਹੋਇਆ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਆਪਣੀਆਂ ਜੌਬਸ ਨੂੰ ਨਹੀਂ ਰੋਕ ਸਕੇਗਾ ਤੁਹਾਡੇ 15 ਦਿਨ ਦੇ ਕਰਕੇ। ਸੋ ਡੈਫੀਨੇਟਲੀ ਜਿਹੜੀ ਇਨੀਸ਼ੀਅਲ ਅਕਮੋਡੇਸ਼ਨ ਹੈ ਉਹ ਤੁਸੀਂ ਯੂਨੀਵਰਸਿਟੀ ਦੀ ਲੈ ਕੇ ਚੱਲੋ ਤਾਂ ਜ਼ਿਆਦਾ ਸੇਫ ਰਹੋਗੇ। ਅਗਰ ਤੁਸੀਂ ਇਹਦਾ ਕਨਫਰਮ ਕਰਨਾ ਚਾਹੁੰਦੇ ਹੋ ਆਪਣੇ ਰਿਸ਼ਤੇਦਾਰ ਫਰੈਂਡ ਤੋਂ ਪੁੱਛ ਲਿਓ, ਮੈਨੂੰ ਨਹੀਂ ਲੱਗਦਾ ਉਹ ਤੁਹਾਨੂੰ ਰੱਖੂਗਾ ਬਿਕੋਜ਼ ਤੁਹਾਡੇ ਟੈਗ ਲੱਗ ਜਾਣੇ ਆ, ਤੁਹਾਨੂੰ 15 ਦਿਨ ਉੱਥੇ ਕੁਆਰੰਟੀਨ ਹੋਣਾ ਹੀ ਪੈਣਾ ਹੈ। ਦਿਸ ਇਜ਼ ਦ ਲਾਅ, ਠੀਕ ਹੈ ਨਹੀਂ। ਉਹ ਵੀ ਲਾਅ ਬ੍ਰੇਕ ਕਰਨਗੇ ਤੇ ਉਹਨਾਂ ਲਈ ਵੀ ਟਰਬਲ ਖੜੀ ਹੋ ਜਾਏਗੀ। ਨਾਓ ਨੈਕਸਟ ਇੰਪੋਰਟੈਂਟ ਚੀਜ਼ ਹੈ ਫੰਡਸ। ਬਹੁਤ ਸਾਰੇ ਬੱਚੇ ਹਜੇ ਵੀ ਫੰਡਸ ਨੂੰ ਲੈ ਕੇ ਬੋਦੜ ਨਹੀਂ ਕਿ ਯੂਕੇ ਜਾਣਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਆਪਣੇ ਫੰਡਸ ਨੂੰ ਟਾਈਮ ਨਾਲ ਸਟ੍ਰੀਮਲਾਈਨਡ ਕਰ ਲਓ ਕਿਉਂਕਿ ਫੰਡਸ 28 ਦਿਨ ਪੁਰਾਣੇ ਹੋਣੇ ਜ਼ਰੂਰੀ ਹੈ ਔਰ ਅਗਰ 28 ਦਿਨ ਪੁਰਾਣੇ ਫੰਡ ਨਹੀਂ ਹੁੰਦੇ ਤਾਂ ਤੁਹਾਡੀ ਫਾਈਲ ਨਹੀਂ ਲੱਗ ਸਕਦੀ। ਸੋ ਇੱਥੇ ਆਪਣੇ ਫੰਡਸ ਨੂੰ ਜਲਦੀ ਸ਼ੁਰੂ ਕਰ ਲਓ, ਉਹਨਾਂ ਨੂੰ 28 ਦਿਨ ਰੱਖ ਲਓ, ਸ਼ੁਰੂ ਕਰ ਲਓ। ਘੱਟੋ ਘੱਟ 10 ਲੱਖ ਆਪਾਂ ਨੂੰ ਲਿਵਿੰਗ ਕਾਸਟ ਚਾਹੀਦੀ ਅਗਰ ਆਪਾਂ ਆਊਟਰ ਲੰਡਨ ਟਾਰਗੇਟ ਕਰਕੇ ਚੱਲ ਰਹੇ ਹਾਂ, 11.5 ਲੱਖ ਚਾਹੀਦੀ ਅਗਰ ਆਪਾਂ ਇਨਰ ਲੰਡਨ ਕਰਕੇ ਚੱਲ ਰਹੇ ਹਾਂ। ਅਗਰ ਇਹ ਫੰਡਸ ਤੁਸੀਂ ਅੱਜ ਟਾਈਮ ਨਾਲ ਕੰਸਲਟੈਂਟ ਲੈ ਕੇ ਹਾਇਰ ਕਰਕੇ ਆਪਣਾ ਪ੍ਰੋਸੈਸ ਸ਼ੁਰੂ ਕਰ ਲਓਗੇ ਤਾਂ ਵੀ ਵਧੀਆ ਹੈ, ਪਰ ਅਗਰ ਜੇ ਤੁਸੀਂ ਸੋਚਣਾ ਵਿਚਾਰਨਾ ਹੈ 10 ਦਿਨ ਤਾਂ ਉਹ ਵੀ ਤੁਹਾਡੀ ਮਰਜ਼ੀ ਹੈ, ਪਰ ਉਹਦੇ ਵਿੱਚ ਆ ਜਿਹੜਾ ਪੈਸਾ ਹੈ ਇਹਨੂੰ ਇੱਕ ਸਾਈਡ ਤੇ ਵੱਖਰਾ ਰੱਖ ਦਿਓ ਤਾਂ ਕਿ ਉਹ 28 ਦਿਨ ਪੁਰਾਣੇ ਵਾਲੀ ਕੰਡੀਸ਼ਨ ਦੇ ਵਿੱਚ ਪੂਰਾ ਹੁੰਦਾ ਰਹੇ ਔਰ ਤੁਸੀਂ ਨਾਲ ਨਾਲ ਆਪਣਾ ਦੂਜਾ ਪ੍ਰੋਸੈਸ ਵੀ ਕਰਦਾ ਰਹੋ। ਸੋ ਆ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸੀ ਉਹਨਾਂ ਬੱਚਿਆਂ ਲਈ ਜਿਹੜੇ ਹਜੇ ਵੀ ਯੂਕੇ ਅਪਲਾਈ ਕਰਨ ਦੀ ਸੋਚ ਰਹੇ ਨੇ ਔਰ ਆਪਣਾ ਪ੍ਰੋਸੈਸ ਹਜੇ ਸਟਾਰਟ ਨਹੀਂ ਕਰ ਸਕੇ, ਬਟ ਹੁਣ ਰਹਿੰਦੇ ਟਾਈਮ ਦੇ ਵਿੱਚ ਜਿਹੜਾ ਕਿ ਸਿਰਫ ਮਹੀਨਾ ਡੇਢ ਬਚਿਆ ਉਹਦੇ ਵਿੱਚ ਉਹ ਕਿੱਦਾਂ ਆਪਣੇ ਪ੍ਰੋਸੈਸ ਨੂੰ ਸਟ੍ਰੀਮਲਾਈਨ ਕਰ ਸਕਦੇ ਨੇ। ਹੋਰ ਵੀ ਇੰਪੋਰਟੈਂਟ ਜਾਣਕਾਰੀਆਂ ਦੇ ਉੱਤੇ ਸ਼ੋਜ਼ ਮੈਂ ਅਲੱਗ-ਅਲੱਗ ਬਣਾਉਂਦਾ ਰਹੂੰਗਾ ਔਰ ਆਪ ਦੇ ਅੱਗੇ ਰੱਖਦਾ ਰਹੂੰਗਾ। ਅੱਜ ਦੇ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।